Hello everyone, welcome back to our channel General Knowledge Track. In today's session, we'll be discussing about a new subject which is computer graphics. But before that, a happy Teacher's Day to all of you. And on Teacher's Day, we are going to start this new series for computer graphics subject, which is an important part of any recruitment exam which has computer information as a subject. So today we'll be discussing these three topics. What is computer graphics? What are its applications? And what are the graphics packages which are used? But before that, uh, there is an announcement. From now onwards, the videos we'll be uploading on this channel will be in Punjabi language. As on searching through YouTube, various channels are there which provide preparation material for computers in English as well as in Hindi, but there are few channels only for Punjabi language. So that is why we are trying to start the channel in Punjabi language. So ਅੱਜ ਤੋਂ ਬਾਅਦ ਜਿੰਨੀਆਂ ਵੀ ਵੀਡੀਓਜ਼ ਅਸੀਂ ਅਪਲੋਡ ਕਰਾਂਗੇ ਇਸ ਚੈਨਲ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਉਸਨੂੰ ਅਸੀਂ ਪੰਜਾਬੀ ਲੈਂਗੁਏਜ ਦੇ ਵਿੱਚ ਅਪਲੋਡ ਕਰੀਏ ਤੇ ਅਗਰ ਕਿਸੇ ਯੂਜ਼ਰ ਨੂੰ ਰਿਕੁਆਇਰਮੈਂਟ ਹੋਏਗੀ ਤਾਂ ਅਸੀਂ ਉਸ ਨੂੰ ਇੰਗਲਿਸ਼ ਜਾਂ ਹਿੰਦੀ ਵਿੱਚ ਟਰਾਂਸਲੇਟ ਕਰ ਲਵਾਂਗੇ। ਸੋ ਅੱਜ ਦਾ ਸਾਡਾ ਏਜੰਡਾ ਹੈਗਾ ਏ ਜਾਂ ਜੋ ਟੌਪਿਕਸ ਅਸੀਂ ਸਮਝਣੇ ਹੈਗੇ ਆ ਉਹ ਹੈ ਕੰਪਿਊਟਰ ਗ੍ਰਾਫਿਕਸ ਕੀ ਹੁੰਦਾ ਹੈ, ਉਸਦੀਆਂ ਐਪਲੀਕੇਸ਼ਨਸ ਕੀ ਨੇ ਤੇ ਕਿਹੜੇ-ਕਿਹੜੇ ਗ੍ਰਾਫਿਕਸ ਪੈਕੇजेस ਨੇ ਜਿਹੜੇ ਕਿ ਯੂਜ਼ ਕੀਤੇ ਜਾ ਸਕਦੇ ਨੇ ਟੂ ਜਨਰੇਟ ਕੰਪਿਊਟਰ ਗ੍ਰਾਫਿਕਸ। ਇਹ ਬਹੁਤ ਇੰਪੋਰਟੈਂਟ ਸਬਜੈਕਟ ਹੈਗਾ ਹੈ ਜਿਹੜਾ ਕਿ ਬਾਕੀ ਸਬਜੈਕਟਸ ਦੇ ਨਾਲ ਰਿਲੇਟਡ ਹੈਗਾ ਹੈ, ਜਾਂ ਅਗਰ ਤੁਸੀਂ ਇਸ ਸਬਜੈਕਟ ਨੂੰ ਪੜ੍ਹੋਗੇ ਤਾਂ ਬਾਕੀ ਜਿਹੜੀਆਂ ਰਿਲੇਟਡ ਸਬਜੈਕਟਸ ਹੈਗੇ ਨੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਮਿਲੇਗੀ। ਸੋ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਕਿ ਕੰਪਿਊਟਰ ਗ੍ਰਾਫਿਕਸ ਕੀ ਹੁੰਦਾ ਹੈ। ਤੇ ਇਹ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਤੇ ਨਏ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰੋ ਤੇ ਅਗਰ ਤੁਹਾਨੂੰ ਇਹ ਵੀਡੀਓਜ਼ ਚੰਗੀਆਂ ਲੱਗੀਆਂ ਤਾਂ ਪਲੀਜ਼ ਲਾਈਕ ਕਰੋ ਤੇ ਆਪਣੇ ਫਰੈਂਡਸ, ਕੋਲੀਗਸ ਤੇ ਸਟੂਡੈਂਟਸ ਦੇ ਨਾਲ ਸ਼ੇਅਰ ਕਰੋ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਕੰਪਿਊਟਰ ਗ੍ਰਾਫਿਕਸ ਅਸਲ ਦੇ ਵਿੱਚ ਹੁੰਦਾ ਕੀ ਹੈ। ਜਦੋਂ ਵੀ ਤੁਸੀਂ ਕੋਈ ਡਿਸਪਲੇ ਡਿਵਾਈਸ ਹੈਗੀ ਹੈ, ਜਿੱਦਾਂ ਮੋਨੀਟਰ ਹੈਗਾ ਕੰਪਿਊਟਰ ਦਾ, ਜਾਂ ਫਿਰ ਤੁਹਾਡੀ ਲੈਪਟਾਪ ਸਕਰੀਨ ਹੈਗੀ ਹੈ, ਜਾਂ ਤੁਹਾਡੀ ਸਮਾਰਟਫੋਨ ਦੀ ਸਕਰੀਨ ਹੈ, ਜਾਂ ਕੋਈ ਟੀਵੀ ਦੀ ਸਕਰੀਨ ਹੈ, ਤਾਂ ਸਾਰੀਆਂ ਡਿਵਾਈਸਿਸ ਦੇ ਉੱਤੇ ਜੋ ਵੀ ਤੁਹਾਡੀ ਡਰਾਇੰਗ ਜਾਂ ਜੋ ਵੀ ਤੁਹਾਡੀ ਪਿਕਚਰ ਸ਼ੋ ਹੋ ਰਹੀ ਹੈ ਉਹ ਇੱਕ ਤਰ੍ਹਾਂ ਨਾਲ ਕੰਪਿਊਟਰ ਗ੍ਰਾਫਿਕਸ ਦੇ ਥਰੂ ਜਿਹੜੀ ਜਨਰੇਟ ਹੋਈ ਹੈ ਤੇ ਇਸ ਦੇ ਲਈ ਕੋਈ ਪ੍ਰੋਗਰਾਮਿੰਗ ਲੈਂਗੁਏਜ ਦਾ ਯੂਜ਼ ਕੀਤਾ ਗਿਆ ਹੈ। ਤੋ ਕੰਪਿਊਟਰ ਗ੍ਰਾਫਿਕਸ ਹੈ ਜਿਹੜਾ, ਜਾਂ ਜੋ ਵੀ ਗ੍ਰਾਫਿਕ ਤੁਸੀਂ ਕੰਪਿਊਟਰ ਦੇ ਉੱਤੇ ਦੇਖ ਸਕਦੇ ਹੋ ਉਸ ਨੂੰ ਬਣਾਉਣ ਲਈ ਛੋਟੀ ਪਿਕਸਲ ਦਾ ਯੂਜ਼ ਹੁੰਦਾ ਹੈ ਜਿਹੜੇ ਕਿ ਸਮੋਲੈਸਟ ਗ੍ਰਾਫਿਕਲ ਪਿਕਚਰ ਜਾਂ ਫਿਰ ਯੂਨਿਟ ਹੈਗੀ ਹੈ ਕਿਸੇ ਇਮੇਜ ਨੂੰ ਕੰਪਿਊਟਰ ਸਕਰੀਨ ਦੇ ਉੱਤੇ ਰਿਪਰੈਜ਼ੈਂਟ ਕਰਨ ਦੇ ਲਈ। तो दो तरह के कंप्यूटर ग्राफिक्स होंगे ने, इंटरैक्टिव कंप्यूटर ग्राफिक्स, नॉन इंटरैक्टिव कंप्यूटर ग्राफिक्स। इंटरैक्टिव कंप्यूटर ग्राफिक्स वो होंगे ने जिहड़े कि जिद्दां तुसीं अगर कोई मान लो गेम खेल रहे हो तो उस टाइम ते तुसीं कोई इनपुट्स दिंदे हो या कोई बटन प्रेस कर रहे हो तुसीं रिमोट तो ਉਹਦੇ ਅਕੋਰਡਿੰਗਲੀ ਜਿਹੜੇ ਗ੍ਰਾਫਿਕਸ ਹੈ ਉਹ ਜਨਰੇਟ ਹੋਣਗੇ। ਤਾਂ ਉਹ ਇੰਟਰੈਕਟਿਵ ਕੰਪਿਊਟਰ ਗ੍ਰਾਫਿਕਸ ਹੋ ਗਏ ਕਿ ਤੁਸੀਂ ਐਜ਼ ਅ ਯੂਜ਼ਰ ਇੰਟਰੈਕਟ ਕਰ ਰਹੇ ਹੋ ਕੰਪਿਊਟਰ ਦੇ ਨਾਲ ਤੇ ਉਹਦੇ ਹਿਸਾਬ ਨਾਲ ਤੁਹਾਡੇ ਜਿਹੜੇ ਇਮੇजेस ਨੇ ਜਾਂ ਵੀਡੀਓਜ਼ ਨੇ ਉਹ ਜਨਰੇਟ ਹੋ ਰਹੀ ਹਨ। ਤੇ ਨॉन ਇੰਟਰੈਕਟਿਵ ਕੰਪਿਊਟਰ ਗ੍ਰਾਫਿਕਸ ਹੋ ਗਏ ਕਿ ਕੰਪਿਊਟਰ ਗ੍ਰਾਫਿਕਸ ਆਲਰੇਡੀ ਬਣੇ ਹੋਏ ਨੇ ਤੇ ਉਹ ਸਿਰਫ ਤੁਹਾਨੂੰ ਡਿਸਪਲੇ ਹੋ ਰਹੇ ਹਨ, ਜਿੱਦਾਂ ਕਿ ਟੀਵੀ ਸਕਰੀਨ ਤੇ ਤੁਸੀਂ ਸਿਰਫ ਰਿਮੋਟ ਨਾਲ ਚੈਨਲ ਬਦਲ ਸਕਦੇ ਹੋ, ਪਰ ਉਸ ਚੈਨਲ ਤੇ ਜੋ ਕੰਪਿਊਟਰ ਗ੍ਰਾਫਿਕਸ ਸ਼ੋ ਹੋਣਗੇ ਉਹ ਆਲਰੇਡੀ ਡਿਸਾਈਡਡ ਹੈ ਜਾਂ ਉਹ ਆਲਰੇਡੀ ਜਨਰੇਟਡ ਹੈ। ਤੁਸੀਂ ਸਿਰਫ ਉਹਦੇ ਨਾਲ ਤੁਸੀਂ ਸਿਰਫ ਉਸ ਨੂੰ ਵਿਊ ਕਰ ਪਾ ਰਹੇ ਹੋ, ਤੁਸੀਂ ਉਹਦੇ ਵਿੱਚ ਕੋਈ ਐਡੀਟਿੰਗ ਨਹੀਂ ਕਰ ਸਕਦੇ ਜਾਂ ਤੁਸੀਂ ਆਪਣੇ ਵੱਲੋਂ ਕੋਈ ਕਮਾਂਡ ਨਹੀਂ ਦੇ ਸਕਦੇ ਨੂੰ। ਤੇ ਸਾਰੀਆਂ ਐਪਲੀਕੇਸ਼ਨਸ ਹੈਗੀਆਂ ਕੰਪਿਊਟਰ ਗ੍ਰਾਫਿਕਸ ਦੀਆਂ: ਕੰਪਿਊਟਰ ਏਡਡ ਡਿਜ਼ਾਈਨ, ਪ੍ਰੈਜੈਂਟੇਸ਼ਨ ਗ੍ਰਾਫਿਕਸ, ਕੰਪਿਊਟਰ ਆਰਟ, ਐਂਟਰਟੇਨਮੈਂਟ, ਐਜੂਕੇਸ਼ਨ ਐਂਡ ਟ੍ਰੇਨਿੰਗ, ਵਿਜ਼ੂਅਲਾਈਜੇਸ਼ਨ ਤੇ ਇਮੇਜ ਪ੍ਰੋਸੈਸਿੰਗ ਤੇ ਗ੍ਰਾਫਿਕਲ ਯੂਜ਼ਰ ਇੰਟਰਫੇਸਿਸ। ਇਹ ਮੇਨ ਏਰੀਆਜ਼ ਹੈਗੇ ਨੇ ਜਿੱਥੇ ਕੰਪਿਊਟਰ ਗ੍ਰਾਫਿਕਸ ਦਾ ਯੂਜ਼ ਹੁੰਦਾ ਹੈ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਇੱਦਾਂ ਦੇ ਫੀਲਡਸ ਹੈਗੇ ਨੇ ਜਿਹੜੇ ਕਿ ਆਪਾਂ ਇੱਥੇ ਐਪਲੀਕੇਸ਼ਨਸ ਦੇ ਵਿੱਚ
ਡਿਸਕਸ ਨਹੀਂ ਕਰ ਰਹੇ, ਪਰ ਉਹ ਉੱਥੇ ਕੰਪਿਊਟਰ ਗ੍ਰਾਫਿਕਸ ਦਾ ਯੂਜ਼ ਹੋ ਰਿਹਾ ਹੈ। ਸੋ ਇਹ ਐਪਲੀਕੇਸ਼ਨਸ ਨੂੰ ਆਪਾਂ ਡਿਟੇਲ ਦੇ ਵਿੱਚ ਦੇਖ ਲੈਂਦੇ ਹਾਂ। ਸੋ ਸਭ ਤੋਂ ਪਹਿਲੀ ਐਪਲੀਕੇਸ਼ਨ ਹੈਗੀ ਹੈ ਕੰਪਿਊਟਰ ਏਡਡ ਡਿਜ਼ਾਈਨ। ਹੁਣ ਇੱਥੇ ਤੁਸੀਂ ਦੇਖ ਪਾ ਰਹੇ ਹੋ, ਇਹ ਇੱਕ ਇਮੇਜ ਹੈਗੀ ਹੈ, ਵਾਇਰ ਫਰੇਮ ਇਮੇਜ ਹੈਗੀ ਹੈ ਕਿਸੇ 에ਅਰਕ੍ਰਾਫਟ ਦੀ। ਸੋ ਕਿਸੇ ਚੀਜ਼ ਨੂੰ ਡਿਜ਼ਾਈਨ ਕਰਨ ਦੇ ਵਿੱਚ, ਕੋਈ ਬਿਲਡਿੰਗ ਹੈ ਜਾਂ ਕੋਈ ਆਟੋਮੋਬਾਈਲ ਹੈ, ਕੋਈ 에ਅਰਕ੍ਰਾਫਟ ਹੈ, ਸਪੇਸ ਕ੍ਰਾਫਟ ਹੈ, ਕੰਪਿਊਟਰਸ ਹੈ, ਟੈਕਸਟਾਈਲਸ ਹੈ, ਤੇ ਬਹੁਤ ਸਾਰੇ ਇਦਾਂ ਦੇ ਪ੍ਰੋਡਕਟਸ ਹੈਗੇ ਨੇ ਜਿਨ੍ਹਾਂ ਦੀ ਜਾਂ ਤਾਂ ਮਾਸ ਲੈਵਲ ਤੇ ਪ੍ਰੋਡਕਸ਼ਨ ਹੋਣੀ ਹੈ, ਜਾਂ ਜਿਹੜੀ ਕਿ ਪ੍ਰੋਡਕਸ਼ਨ ਹੈ ਉਹ ਬਹੁਤ ਕਾਸਟਲੀ ਹੁੰਦੀ ਹੈ। ਤੇ ਤੁਸੀਂ ਬਾਰ-ਬਾਰ ਉਸ ਚੀਜ਼ ਨੂੰ ਬਣਾ ਕੇ ਫਿਰ ਚੇਂਜ ਕਰਕੇ ਫਿਰ ਬਣਾ ਕੇ ਇਦਾਂ ਨਹੀਂ ਤਿਆਰ ਕਰ ਸਕਦੇ। ਤੁਸੀਂ ਫਰਸਟਲੀ ਉਹਦਾ ਪ੍ਰੋਪਰ ਡਿਜ਼ਾਈਨ ਬਣਾਓਗੇ, ਉਸ ਡਿਜ਼ਾਈਨ ਦੇ ਅਕੋਰਡਿੰਗ ਉਸ ਪ੍ਰੋਡਕਟ ਦੀ ਮੈਨੂਫੈਕਚਰਿੰਗ ਹੋਏਗੀ। ਸੋ ਉਸ ਕੇਸ ਦੇ ਵਿੱਚ ਕੰਪਿਊਟਰ ਏਡਡ ਡਿਜ਼ਾਈਨ ਦੇ ਜਿਹੜੇ ਟੂਲਸ ਹੈਗੇ ਨੇ ਜਾਂ ਸੌਫਟਵੇਅਰਸ ਹੈਗੇ ਨੇ, ਉਹ ਆਪਾਂ ਯੂਜ਼ ਕਰਦੇ ਹਾਂ ਤਾਂ ਕਿ ਆਪਾਂ ਪਹਿਲਾਂ ਜਨਰੇਟ ਕਰ ਸਕੀਏ ਉਸ ਦਾ ਡਿਜ਼ਾਈਨ, ਤੇ ਉਸ ਡਿਜ਼ਾਈਨ ਦੇ ਅਕੋਰਡਿੰਗਲੀ ਆਪਾਂ ਉਸ ਆਬਜੈਕਟ ਨੂੰ ਤਿਆਰ ਕਰ ਸਕੀਏ। ਤੇ ਤੁਸੀਂ ਇੱਥੇ ਦੇਖ ਪਾ ਰਹੇ ਹੋ ਕਿ ਜਿਹੜੀ ਇਹ ਰਿਪਰੈਜ਼ੈਂਟੇਸ਼ਨ ਹੈਗੀ ਹੈ 에ਅਰਕ੍ਰਾਫਟ ਦੀ, ਇਸ ਨੂੰ ਆਪਾਂ ਵਾਇਰ ਫਰੇਮ ਆਊਟਲਾਈਨ ਫਾਰਮ ਬੋਲਦੇ ਹਾਂ, ਜੋ ਕਿ ਕੈਟ ਟੂਲ ਦੇ ਥਰੂ ਜਨਰੇਟ ਹੋਈ ਹੈ। ਤੇ ਜੋ ਬੇਸਿਕਲੀ ਇੰਜੀਨੀਅਰਿੰਗ ਦੇ ਫਸਟ ਈਅਰ ਦੇ ਸਟੂਡੈਂਟਸ ਹੁੰਦੇ ਹਨ, ਉਹਨਾਂ ਨੂੰ ਕੈਟ ਟੂਲਸ ਦੀ ਇੱਕ ਸਬਜੈਕਟ ਹੁੰਦਾ ਹੈ ਇੱਕ ਸਮੈਸਟਰ ਲਈ, ਜਿਸ ਦੇ ਵਿੱਚ ਉਹਨਾਂ ਨੂੰ ਬੇਸਿਕਸ ਸਿਖਾਏ ਜਾਂਦੇ हैं कि अगर ਆਪਾਂ ਆਬਜੈਕਟ ਡਿਜ਼ਾਈਨ ਕਰਨਾ ਹੈ ਜਾਂ ਆਬਜੈਕਟ ਆਪਾਂ ਡਰਾ ਕਰਨਾ ਹੈ ਤਾਂ ਕਿੱਦਾਂ ਕਰਾਂਗੇ। ਤੇ ਇਹ ਤੁਸੀਂ ਦੇਖ ਪਾ ਰਹੇ ਹੋ ਕਿ ਕੋਈ ਮਕੈਨੀਕਲ ਪਾਰਟ ਹੈ, ਕੋਈ ਮਸ਼ੀਨਰੀ ਹੈ ਜੋ ਤਿਆਰ ਕੀਤੀ ਗਈ ਹੈ, ਤੇ ਉਹਦਾ ਡਿਜ਼ਾਈਨ ਹੈ ਜਿਹੜਾ ਲੇਆਊਟ ਹੈ ਜਿਹੜਾ ਉਹ ਤਿਆਰ ਕੀਤਾ ਗਿਆ ਵਿਦ ਦਾ ਹੈਲਪ ਆਫ ਕੰਪਿਊਟਰ ਗ੍ਰਾਫਿਕਸ। ਬਹੁਤ ਸਾਰੇ ਇਦਾਂ ਦੇ ਪੈਕੇजेस ਹੈਗੇ ਨੇ, ਸੌਫਟਵੇਅਰਸ ਹੈਗੇ ਨੇ ਜਿਹੜੇ ਕਿ ਆਪਾਂ ਨੂੰ ਇਹ ਐਪਲੀਕੇਸ਼ਨ ਪ੍ਰੋਵਾਈਡ ਕਰਦੇ ਨੇ ਕਿ ਆਪਾਂ ਕਿਸੇ ਚੀਜ਼ ਦਾ ਡਿਜ਼ਾਈਨ ਤਿਆਰ ਕਰ ਸਕੀਏ। ਤੇ ਇਸੇ ਤਰ੍ਹਾਂ ਜਿਹੜੇ ਬਿਲਡਿੰਗਸ ਦੇ ਡਿਜ਼ਾਈਨ ਹੈਗੇ ਆ, ਉਹ ਵੀ ਇਸੇ ਤਰ੍ਹਾਂ ਤਿਆਰ ਕੀਤੇ ਜਾਂਦੇ ਆ। ਅਗਰ ਤੁਸੀਂ ਕਿਸੇ ਆਰਕੀਟੈਕਚਰ ਕੋਲ ਜਾਂਦੇ ਹੋ ਤੇ ਉਹ ਤੁਹਾਡਾ ਨਕਸ਼ਾ ਤਿਆਰ ਕਰਕੇ ਦਿੰਦਾ ਹੈ, ਤਾਂ ਉਹ ਵੀ ਕਿਸੇ ਨਾ ਕਿਸੇ ਕੰਪਿਊਟਰ ਗ੍ਰਾਫਿਕਸ ਰਿਲੇਟਡ ਟੂਲ ਦਾ ਯੂਜ਼ ਕਰ ਰਹੇ ਜਾਂ ਕੰਪਿਊਟਰ ਏਡਡ ਡਿਜ਼ਾਈਨਿੰਗ ਟੂਲ ਦਾ ਯੂਜ਼ ਕਰਕੇ ਤੁਹਾਨੂੰ ਨਕਸ਼ਾ ਬਣਾ ਕੇ ਦੇ। ਤੇ ਅੱਜ ਕੱਲ੍ਹ ਇੱਕ ਹੋਰ ਬਹੁਤ ਇੰਪੋਰਟੈਂਟ ਐਪਲੀਕੇਸ਼ਨ ਹੈਗੀ ਹੈ ਕੰਪਿਊਟਰ ਗ੍ਰਾਫਿਕਸ ਦੀ, ਕਿ ਅਗਰ ਤੁਸੀਂ ਮੰਨ ਲਓ ਕੋਈ ਘਰ ਖਰੀਦਣਾ ਚਾਹੁੰਦੇ ਹੋ ਜਾਂ ਕੋਈ ਤੁਸੀਂ ਰੈਂਟ ਤੇ ਲੈਣਾ ਚਾਹੁੰਦੇ ਹੋ, ਤਾਂ ਉਹਦੇ ਲਈ ਤੁਹਾਨੂੰ ਐਕਚੁਅਲ ਦੇ ਵਿੱਚ ਉੱਥੇ ਜਾ ਕੇ ਜਿਹੜਾ ਘਰ ਹੈ ਉਹ ਦੇਖਣ ਦੀ ਲੋੜ ਨਹੀਂ ਪੈਂਦੀ, ਤੇ ਤੁਸੀਂ ਵਰਚੁਅਲੀ ਉਸ ਘਰ ਨੂੰ ਵੇਖ ਸਕਦੇ ਹੋ, ਤੇ ਉਸ ਤੋਂ ਬਾਅਦ ਅਗਰ ਤੁਹਾਨੂੰ ਪਸੰਦ ਆਏ ਤਾਂ ਤੁਸੀਂ ਖਰੀਦ ਸਕਦੇ ਹੋ। ਸੋ ਰੀਅਲਿਸਟਿਕ ਵਿਊ ਤੁਹਾਨੂੰ ਉਸ ਘਰ ਦਾ ਜਾਂ ਵਰਚੁਅਲ ਟੂਰ ਉਸ ਘਰ ਦਾ ਇਸ ਕੰਪਿਊਟਰ ਏਡਡ ਡਿਜ਼ਾਈਨਿੰਗ ਦੇ ਜਿਹੜੇ ਟੂਲਸ ਹੈਗੇ ਆ ਵਿਦ ਦਾ ਹੈਲਪ ਆਫ ਕੰਪਿਊਟਰ ਗ੍ਰਾਫਿਕਸ ਤੁਹਾਨੂੰ ਪ੍ਰੋਵਾਈਡ ਕਰਦਾ। ਤੇ ਇਸ ਤੋਂ ਬਾਅਦ ਸੈਕੰਡ ਐਪਲੀਕੇਸ਼ਨ ਹੈਗੀ ਹੈ ਪ੍ਰੈਜੈਂਟੇਸ਼ਨ ਗ੍ਰਾਫਿਕਸ ਦੀ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਿੱਦਾਂ ਤੁਸੀਂ ਕੋਈ ਡੇਟਾ ਹੈ ਉਹਨੂੰ ਸਮਰਾਈਜ਼ ਕਰਨਾ ਹੈ, ਜਾਂ ਤੁਸੀਂ ਕੋਈ ਇਨਫੋਰਮੇਸ਼ਨ ਹੈਗੀ ਹੈ ਆਪਣੇ ਬਿਜ਼ਨਸ ਪਾਰਟਨਰਸ ਨਾਲ ਸ਼ੇਅਰ ਕਰਨੀ ਹੈ, ਜਾਂ ਤੁਸੀਂ ਆਪਣੇ ਕਲਾਸ ਦੇ ਵਿੱਚ ਕੋਈ ਸੈਮੀਨਾਰ ਦੇਣਾ, ਤਾਂ ਉਹਦੇ ਲਈ ਤੁਸੀਂ ਇਸ ਨੂੰ ਪ੍ਰੈਜੈਂਟੇਸ਼ਨ ਗ੍ਰਾਫਿਕਸ ਦਾ ਯੂਜ਼ ਕਰਦੇ ਹੋ, ਜੋ ਕਿ ਪਾਰਟ ਹੈ ਕੰਪਿਊਟਰ ਗ੍ਰਾਫਿਕਸ ਦਾ। ਇੱਥੇ ਤੁਸੀਂ ਪਾਈ ਚਾਰਟਸ ਬਣਾ ਕੇ ਜਿਹੜੀ ਡਿਸਟ੍ਰੀਬਿਊਸ਼ਨ ਹੈ ਉਸਨੂੰ ਦਿਖਾ ਸਕਦੇ ਹੋ, ਜਾਂ ਤੁਸੀਂ ਬਾਰ ਚਾਰਟਸ ਦਾ ਯੂਜ਼ ਕਰ ਸਕਦੇ ਹੋ। ਸੋ ਇਹ ਜਿਹੜੀ ਐਪਲੀਕੇਸ਼ਨ ਹੈਗੀ ਹੈ ਕੰਪਿਊਟਰ ਗ੍ਰਾਫਿਕਸ ਦੀ, ਇਹ ਉੱਥੇ ਯੂਜ਼ਫੁਲ ਹੈਗੀ ਹੈ ਜਿੱਦਾਂ ਤੁਸੀਂ ਕੋਈ ਸਟੱਡੀ ਕਰ ਰਹੇ ਹੋ, ਜਾਂ ਕੋਈ ਰਿਸਰਚ ਪੇਪਰ ਤੁਸੀਂ ਪਬਲਿਸ਼ ਕਰਨਾ ਹੈ, ਜਾਂ ਤੁਸੀਂ ਕੋਈ ਬਿਜ਼ਨਸ ਚਲਾ ਰਹੇ ਹੋ, ਤਾਂ ਉੱਥੇ ਯੂਜ਼ ਹੁੰਦਾ ਹੈ। ਇਸ ਤੋਂ ਬਾਅਦ ਆ ਜਾਂਦੀ ਹੈ ਕੰਪਿਊਟਰ ਆਰਟ। ਹੁਣ ਬਹੁਤ ਸਾਰੇ ਇਦਾਂ ਦੇ ਪੈਕੇजेस ਹੈਗੇ ਜਿਹੜੇ ਕਿ ਤੁਹਾਨੂੰ ਇਲੈਕਟ੍ਰੋਨਿਕ ਪੇਂਟਿੰਗ ਹੈਲਪ ਕਰਦੇ ਹਨ, ਜਿੱਦਾਂ ਡਿਜੀਟਾਈਜ਼ਰਸ ਹੈਗੇ ਹੈ ਜਾਂ ਸਟਾਈਲਸ ਹੈਗਾ ਹੈ। ਇਹ ਟੂਲਸ ਤੁਹਾਨੂੰ ਹੈਲਪ ਕਰਦੇ ਆ ਕਿ ਤੁਸੀਂ ਪੇਂਟਿੰਗ ਹੈ ਜਿਹੜੀ ਉਸਨੂੰ ਆਨਲਾਈਨ ਜਾਂ ਇਲੈਕਟ੍ਰੋਨਿਕ ਪੇਂਟਿੰਗ ਕਰ ਸਕੋ, ਤੇ ਉਸ ਦੇ ਵਿੱਚ ਮੋਡੀਫਿਕੇਸ਼ਨਸ ਵੀ ਤੁਸੀਂ ਈਜ਼ੀਲੀ ਕਰ ਸਕਦੇ ਹੋ। ਸੋ ਤੁਸੀਂ ਪੇਂਟਿੰਗ ਜਨਰੇਟ ਕਰ ਰਹੇ ਹੋ ਇਨਸਟੈਡ ਆਫ ਪੇਪਰ ਔਨ ਇਲੈਕਟ੍ਰੋਨਿਕ ਡਿਵਾਈਸ। ਤੇ ਦੂਸਰਾ ਮੈਥਡ, ਦੂਸਰਾ ਜਿਹੜਾ ਪਾਰਟ ਹੈਗਾ ਕੰਪਿਊਟਰ ਆਰਟ ਦਾ, ਉਹ ਹੈਗਾ ਮੋਰਫਿੰਗ। ਬਹੁਤ ਸਾਰੇ ਇਦਾਂ ਦੇ ਐਨੀਮੇਸ਼ਨਸ ਹੈਗੇ ਜਾਂ ਕਾਰਟੂਨਸ ਹੈਗੇ ਜਿਨ੍ਹਾਂ ਦੇ ਵਿੱਚ ਇੱਕ ਕਰੈਕਟਰ ਹੈ ਉਹ ਡਿਸਅਪੀਅਰ ਹੁੰਦਾ, ਦੂਸਰਾ ਅਪੀਅਰ ਕਰਦਾ ਹੈ, ਤਾਂ ਉਹਦੇ ਲਈ ਮੋਰਫਿੰਗ ਟੂਲਸ ਦਾ ਯੂਜ਼ ਹੁੰਦਾ। ਇੱਥੇ ਤੁਸੀਂ ਦੇਖ ਪਾ ਰਹੇ ਹੋ ਇਹ ਮੋਰਫਿੰਗ ਟੂਲ ਕੀ ਕਰ ਰਿਹਾ ਹੈ, ਇਹ ਜਿਹੜੀ ਲੜਕੀ ਦੀ ਇਮੇਜ ਹੈਗੀ ਹੈ, ਇਹ ਓਰੀਜਨਲ ਇਮੇਜ ਹੈ, ਇਹਦੇ ਉੱਤੇ ਜਿਹੜਾ ਇਹ ਫਰੋਕ ਦਾ ਫੇਸ ਹੈਗਾ ਇਹਨੂੰ ਮੋਰਫ ਕੀਤਾ। ਤਾਂ ਹੁਣ ਜਦੋਂ ਸੌਰੀ ਐਕਚੁਅਲ ਜਿਹੜੀ ਤੁਹਾਡੀ ਇਮੇਜ ਬਣੇਗੀ ਉਹ ਇਸ ਫਰੋਗ ਦੇ ਫੇਸ ਵਾਲੀ ਬਣੇਗੀ।
ਸੋ ਇਸ ਤੋਂ ਬਾਅਦ ਜਿਹੜੀਆਂ ਵੀ ਮੂਵੀਜ਼ ਬਣ ਰਹੀਆਂ ਜਾਂ ਵੀਡੀਓਜ਼ ਬਣ ਰਹੀਆਂ ਉਹਨਾਂ ਦੇ ਵਿੱਚ ਸਭ ਦੇ ਵਿੱਚ ਗ੍ਰਾਫਿਕਸ ਦਾ ਯੂਜ਼ ਹੁੰਦਾ। ਈਵਨ ਜਿਹੜੀਆਂ ਉਹਨਾਂ ਦੀਆਂ ਐਡਵਰਟਾਈਜ਼ਮੈਂਟਸ ਹੁੰਦੀਆਂ ਉਹਨਾਂ ਦੇ ਲਈ ਵੀ ਤੁਸੀਂ ਜਿਹੜੇ ਗ੍ਰਾਫਿਕਸ ਹੈਗੇ ਉਹਨਾਂ ਦਾ ਯੂਜ਼ ਕਰਦੇ ਹੋ। ਇਸ ਤੋਂ ਬਾਅਦ ਗੇਮਿੰਗ ਦੇ ਲਈ ਤੁਹਾਡੇ ਜਿੰਨੇ ਵੀ ਗੇਮਸ ਹੈਗੀਆਂ ਉਹਨਾਂ ਦੇ ਇੰਟਰਫੇਸਿਸ ਹੈਗੇ ਆ ਉਹ ਸਾਰੇ ਤੁਹਾਡੇ ਕੰਪਿਊਟਰ ਗ੍ਰਾਫਿਕਸ ਦੇ ਹੈਲਪ ਨਾਲ ਜਨਰੇਟ ਹੁੰਦੇ ਆ। ਤੇ ਮੇਨ ਫੋਕਸ ਇੱਥੇ ਆਪਣਾ ਹੁੰਦਾ ਹੈ ਇੰਟਰਐਕਟੀਵਿਟੀ ਤੇ, ਮਤਲਬ ਕਿ ਯੂਜ਼ਰ ਰਿਸਪੌਂਡ ਕਰ ਰਹੇ ਤੇ ਉਹਦੇ ਅਕੋਰਡਿੰਗਲੀ ਜਿਹੜੀ ਤੁਹਾਡੀ ਗੇਮ ਹੈ ਅਗਲਾ ਸਟੈਪ ਤੁਹਾਨੂੰ ਦਿਖਾਏਗੀ। ਸੋ ਐਜੂਕੇਸ਼ਨ ਐਂਡ ਟ੍ਰੇਨਿੰਗ ਦੇ ਵਿੱਚ ਤੁਸੀਂ ਕਿਸੇ ਨੂੰ ਡਰਾਈਵਿੰਗ ਦੀ ਟ੍ਰੇਨਿੰਗ ਦੇਣੀ ਹੈ ਜਾਂ ਕੋਈ 에ਅਰਕ੍ਰਾਫਟ ਪਾਇਲਟਸ ਨੂੰ ਤੁਸੀਂ ਟ੍ਰੇਨਿੰਗ ਦੇਣੀ ਹੈ ਤਾਂ ਸਿਮੂਲੇਟਿਡ ਇਨਵਾਇਰਨਮੈਂਟ ਤੁਸੀਂ ਕ੍ਰੀਏਟ ਕਰ ਸਕਦੇ ਹੋ। ਉਹਦੇ ਵਿੱਚ ਕੀ ਹੈ ਕਿ ਐਕਚੁਅਲ 'ਚ ਤੁਸੀਂ ਉਹਨੂੰ 에ਅਰਕ੍ਰਾਫਟ ਦੇਣ ਦੀ ਬਜਾਏ ਤੁਸੀਂ ਇੱਦਾਂ ਦਾ ਇਨਵਾਇਰਨਮੈਂਟ ਕ੍ਰੀਏਟ ਕਰਦੇ ਹੋ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਸਿਮੂਲੇਟਿਡ ਤੁਸੀਂ ਐਕਚੁਅਲ ਦੇ ਵਿੱਚ ਜਿਹੜਾ 에ਅਰਕ੍ਰਾਫਟ ਹੈ ਉਸਨੂੰ ਉਡਾ ਰਹੇ ਹੋ ਤਾਂ ਤੁਹਾਨੂੰ ਕੰਟਰੋਲਸ ਦਾ ਪਤਾ ਲੱਗ ਜਾਂਦਾ ਤੇ ਜਿਹੜੇ ਰੇਟ ਆਫ ਐਕਸੀਡੈਂਟਸ ਹੈ ਉਹ ਰਿਡਿਊਸ ਹੋਏਗਾ, ਕਿਉਂਕਿ ਅਗਰ ਤੁਸੀਂ ਟ੍ਰੇਨਿੰਗ ਹੀ ਡਾਇਰੈਕਟ 에ਅਰਕ੍ਰਾਫਟ ਤੇ ਕਰੋਗੇ ਤਾਂ ਚਾਂਸਸ ਰਹਿਣਗੇ ਕਿ ਮਿਸ਼ਾ ਪੱਕਰ ਹੋਵੇ। ਪਰ ਅਗਰ ਤੁਸੀਂ ਪਹਿਲਾਂ ਸਿਮੂਲੇਟਿਡ ਇਨਵਾਇਰਨਮੈਂਟ ਦੇ ਵਿੱਚ ਉਸ ਚੀਜ਼ ਤੇ ਕੰਮ ਕਰ ਚੁੱਕੇ ਹੋ ਤਾਂ ਤੁਹਾਨੂੰ ਜ਼ਿਆਦਾ ਕੌਨਫੀਡੈਂਸ ਰਹੇਗਾ ਤੇ ਜ਼ਿਆਦਾ ਤੁਹਾਡਾ ਫੋਕਸ ਰਹੇਗਾ ਉਸ ਚੀਜ਼ ਦੇ ਵਿੱਚ। ਇਸ ਤੋਂ ਬਾਅਦ ਅਗਲੀ ਹੈ ਵਿਜ਼ੂਅਲਾਈਜ਼ੇਸ਼ਨ। ਕਿਸੇ ਵੀ ਤੁਸੀਂ ਡੇਟਾ ਸੈੱਟ ਜਿੱਦਾਂ ਇੰਜੀਨੀਅਰਿੰਗ, ਮੈਡੀਕਲ ਜਾਂ ਸਾਇੰਟੀਫਿਕ ਫੀਲਡ ਦੇ ਵਿੱਚ ਰਿਸਰਚਸ ਹੁੰਦੀਆਂ ਤਾਂ ਉੱਥੇ ਬਹੁਤ ਸਾਰਾ ਡੇਟਾ ਅਵੇਲੇਬਲ ਹੁੰਦਾ ਜਿਹਨੂੰ ਕਿ ਰਿਸਰਚ ਲਈ ਯੂਜ਼ ਕੀਤਾ ਜਾਂਦਾ ਹੈ। ਤਾਂ ਉਹ ਡੇਟਾ ਸੈੱਟ ਨੂੰ ਇਸ ਤਰ੍ਹਾਂ ਨਾਲ ਗ੍ਰਾਫਿਕਲ ਵੇਚ ਰਿਪਰੈਜ਼ੈਂਟ ਕਰਨਾ ਤਾਂ ਕਿ ਉਹ ਈਜ਼ੀ ਹੋਵੇ ਅੰਡਰਸਟੈਂਡ ਕਰਨ ਦੇ ਵੀ ਜੋ ਵੀ ਪਰਸਨ ਉਸ ਇਨਫੋਰਮੇਸ਼ਨ ਨੂੰ ਸਟੱਡੀ ਕਰ ਰਿਹਾ ਹੈ, ਜਿੱਦਾਂ ਕਿ ਗ੍ਰਾਫਸ ਹੋ ਗਏ, ਚਾਰਟਸ ਹੋ ਗਏ, ਕੰਟੂਰ ਪਲਾਟਸ ਹੋ ਗਏ, ਸਰਫੇਸ ਰੈਂਡਰਿੰਗਸ ਹੋ ਗਈ, ਤਾਂ ਇਹ ਸਾਰੀਆਂ ਜਿਹੜੀਆਂ ਹੈ ਉਹ ਡੇਟਾ ਸੈੱਟ ਨੂੰ ਰਿਪਰੈਜ਼ੈਂਟ ਕਰ ਰਹੇ ਹਨ। ਇਸ ਤੋਂ ਅਗਲੀ ਜਿਹੜੀ ਐਪਲੀਕੇਸ਼ਨ ਹੈ ਉਹ ਹੈ ਇਮੇਜ ਪ੍ਰੋਸੈਸਿੰਗ ਦੀ। ਤੇ ਇਮੇਜ ਪ੍ਰੋਸੈਸਿੰਗ ਬੇਸਿਕਲੀ ਯੂਜ਼ ਹੁੰਦੀ ਹੈ ਮੈਡੀਕਲ ਲਾਈਨ ਦੇ ਵਿੱਚ। ਜਿੰਨੇ ਵੀ ਤੁਸੀਂ ਐਕਸ-ਰੇਜ਼ ਹੋ ਗਈਆਂ ਬੋਡੀ ਪਾਰਟਸ ਦੀਆਂ ਜਾਂ ਟੋਮੋਗ੍ਰਾਫੀਜ਼ ਹੋ ਗਈਆਂ, ਉਹ ਸਾਰੀਆਂ ਦੇ ਵਿੱਚ ਕੰਪਿਊਟਰ ਗ੍ਰਾਫਿਕਸ ਦਾ ਯੂਜ਼ ਹੋ ਰਿਹਾ ਹੈ। ਤੇ ਇਸ ਤੋਂ ਇਲਾਵਾ ਇਹ ਤੁਸੀਂ ਦੇਖ ਸਕਦੇ ਹੋ ਕੁਝ ਇਮੇजेस ਜਿਹੜੀਆਂ ਕਿ ਜਨਰੇਟ ਹੋਈਆਂ ਨੇ ਫॉर ਮੈਡੀਕਲ ਫੀਲਡ, ਰਾਈਟ। ਤੇ ਇਹ ਕੰਪਿਊਟਰ ਗ੍ਰਾਫਿਕਸ ਦੀ ਹੈਲਪ ਲੈ ਰਹੇ ਹਾਂ ਆਪਾਂ ਤਾਂ ਕਿ ਆਪਾਂ ਡਾਇਗਨੋਸ ਕਰ ਸਕੀਏ ਕਿ ਬੋਡੀ ਦੇ ਕਿਸ ਪਾਰਟ ਦੇ ਵਿੱਚ ਕੀ ਪ੍ਰੋਬਲਮ ਹੈਗੀ ਹੈ। ਸੋ ਇਸ ਤੋਂ ਬਾਅਦ ਜਿਹੜੀ ਲਾਸਟ ਐਪਲੀਕੇਸ਼ਨ ਹੈਗੀ ਹੈ ਦੈਟ ਇਜ਼ ਗ੍ਰਾਫਿਕਲ ਯੂਜ਼ਰ ਇੰਟਰਫੇਸਿਸ। ਤੁਸੀਂ ਕੋਈ ਵੀ ਐਪਲੀਕੇਸ਼ਨ ਓਪਨ ਕਰਦੇ ਹੋ, ਤੁਸੀਂ ਵਿੰਡੋਜ਼ ਦੇ ਵਿੱਚ ਕੋਈ ਵੀ ਕੰਮ ਕਰ ਰਹੇ ਹੋ ਤਾਂ ਸਭ ਦੇ ਲਈ ਗ੍ਰਾਫਿਕਲ ਯੂਜ਼ਰ ਇੰਟਰਫੇਸਿਸ ਯੂਜ਼ ਕਰਦੇ ਹੋ। ਇਨਸਟੈਡ ਕਿ ਤੁਸੀਂ ਪੂਰੀ ਪ੍ਰੋਗਰਾਮ ਲਿਖੋ ਇੱਕ ਜਿਹੜੀ ਵਿੰਡੋ ਹੈ ਉਹਨੂੰ ਓਪਨ ਕਰਨ ਦੇ ਲਈ, ਸੋ ਡਾਇਰੈਕਟਲੀ ਤੁਸੀਂ ਉਸ ਵਰਡ ਬਟਨ ਤੇ ਕਲਿੱਕ ਕਰਦੇ ਹੋ ਤੇ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਓਪਨ ਹੋ ਜਾਂਦੀ ਹੈ। ਸੋ ਕੰਪਿਊਟਰ ਗ੍ਰਾਫਿਕਸ ਤੁਹਾਡਾ ਕੰਪਿਊਟਰ ਯੂਜ਼ ਕਰਨਾ ਹੋਰ ਈਜ਼ੀ ਬਣਾ ਦਿੰਦਾ। ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹ ਅਲੱਗ-ਅਲੱਗ ਤਰ੍ਹਾਂ ਦੇ ਬਟਨਸ ਹੈਗੇ ਆ ਜਿਹੜੇ ਤੁਸੀਂ ਆਪਣੇ ਵਿੰਡੋ ਦੇ ਵਿੱਚ ਪਲੇਸ ਕਰ ਸਕਦੇ ਹੋ ਜਦੋਂ ਪ੍ਰੋਗਰਾਮਿੰਗ ਹੋ ਰਹੀ ਹੁੰਦੀ ਹੈ ਉਸ ਟਾਈਮ ਤੇ। ਸੋ ਜਿਹੜਾ ਯੂਜ਼ਰ ਹੈ ਉਹਨੂੰ ਉਸ ਬਟਨ ਦੇ ਉੱਤੇ ਆਲਰੇਡੀ ਪਤਾ ਹੁੰਦਾ ਹੈ ਕਿ ਕੀ ਸਬਮਿਟ ਲਿਖਿਆ ਜਾਂ ਰਿਜੈਕਟ ਲਿਖਿਆ, ਓਕੇ ਲਿਖਿਆ, ਕੈਂਸਲ ਲਿਖਿਆ, ਤਾਂ ਉਹਦੇ ਅਕੋਰਡਿੰਗਲੀ ਬਟਨ ਨੂੰ ਪ੍ਰੈਸ ਕਰ ਦਿੰਦਾ ਹੈ। ਇਨਸਟੈਡ ਕਿ ਉਹ ਪੂਰੀ ਪ੍ਰੋਗਰਾਮਿੰਗ ਪਹਿਲਾਂ ਸਿੱਖੇ ਤੇ ਉਹ ਦੇਖੇ ਕਿ ਇਹ ਬਟਨ ਕੰਮ ਕੀ ਕਰੇਗਾ। ਸੋ ਇਹ ਤੁਹਾਡਾ ਯੂਜ਼ ਆਫ ਕੰਪਿਊਟਰ ਈਜ਼ੀ ਕਰ ਦਿੰਦਾ ਤੇ ਹੋਰ ਵੀ ਜਿਹੜੀਆਂ ਐਪਲੀਕੇਸ਼ਨਸ ਤੁਸੀਂ ਯੂਜ਼ ਕਰਦੇ ਹੋ ਉਹਨਾਂ ਨੂੰ ਈਜ਼ੀ ਕਰ ਦਿੰਦਾ। ਇਹ ਕੁਝ ਲਾइब्रेरीज ਜਾਂ ਫਿਰ ਗ੍ਰਾਫਿक्स ਪੈਕੇजेस ਹੈਗੇ ਆ ਜਿਹੜੇ ਆਪਣਾ ਯੂਜ਼ ਕਰਦੇ हैं टू ਅਸੈਸ ਸਮ ਕਾइंड ऑफ ग्राफिक्स फंक्शंस। ਜਿੱਦਾਂ ਅਗਰ ਤੁਸੀਂ C++ ਦੀ ਐਗਜ਼ਾਮਪਲ ਲਓਗੇ ਤਾਂ ਉਹਦੇ ਵਿੱਚ ਇੱਕ ਹੈਡਰ ਫਾਈਲ ਹੁੰਦੀ ਹੈ graphics.h ਕਰਕੇ, ਜਿਹੜੀ ਕਿ ਜਿਸ ਦੇ ਵਿੱਚ ਕਿ ਫੰਕਸ਼ਨਸ ਹੁੰਦੇ ਨੇ ਜੋ ਕਿ ਗ੍ਰਾਫਿਕਸ ਜਨਰੇਟ ਕਰਨ ਦੇ ਵਿੱਚ ਹੈਲਪ ਕਰਦੇ ਨੇ। ਕੋਈ ਆਬਜੈਕਟ ਤੁਸੀਂ ਕ੍ਰੀਏਟ ਕਰਨਾ ਤਾਂ ਉਹਦੇ ਵਿੱਚ ਹੈਲਪ ਕਰਦੇ ਨੇ, ਜਿੱਦਾਂ ਕਿ ਉਹਦੇ ਵਿੱਚ ਲਾਈਨ ਫੰਕਸ਼ਨ ਹੁੰਦਾ ਹੈ, ਉਹਦੇ ਵਿੱਚ ਸਰਕਲ ਫੰਕਸ਼ਨ ਹੁੰਦਾ ਹੈ, ਤਾਂ ਈਜ਼ੀਲੀ ਤੁਸੀਂ ਆਬਜੈਕਟ ਹੈ ਜਿਹੜਾ ਜਨਰੇਟ ਕਰ ਸਕਦੇ ਹੋ ਵਿਦ ਦੈਟ 2D ਫੰਕਸ਼ਨਸ। ਸੋ ਇਹ ਕੁਝ ਟਾਈਪਸ ਹੈਗੀਆਂ ਨੇ
ਗ੍ਰਾਫਿਕਸ ਪੈਕੇजेस ਦੀਆਂ ਇਹਨਾਂ ਦੇ ਵਿੱਚੋਂ ਜਿਹੜਾ OpenGL ਹੈ ਉਹ ਅੱਜਕੱਲ ਕਾਫੀ ਯੂਜ਼ ਹੋ ਰਿਹਾ ਹੈ ਤੇ ਕਾਫੀ ਟ੍ਰੈਂਡ ਹੈਗਾ ਹੈ ਸਟੂਡੈਂਟਸ ਦੇ ਵਿੱਚ OpenGL ਲਰਨ ਕਰਨ ਦਾ। तो बहुत सारे ਤੁਹਾਨੂੰ ऑनलाइन ਕੋਰसेज ਇਦਾਂ ਦੇ ਮਿਲ ਜਾਣਗੇ ਜਿਹੜੇ ਕਿ OpenGL ਨਾਲ ਰਿਲੇਟਡ ਹੈ। ਓਕੇ, ਸੋ ਇਹ ਅੱਜ ਦਾ ਸਾਡਾ ਟੌਪਿਕ ਸੀਗਾ ਜਿਹਦੇ ਵਿੱਚ ਆਪਾਂ ਗੱਲ ਕੀਤੀ ਹੈ ਕੰਪਿਊਟਰ ਗ੍ਰਾਫਿਕਸ ਦੇ ਬਾਰੇ। ਕੀ ਹੁੰਦੇ ਆ ਕੰਪਿਊਟਰ ਗ੍ਰਾਫਿਕਸ, ਕਿੱਥੇ ਕਿੱਥੇ ਯੂਜ਼ ਹੁੰਦੇ ਆ ਕੰਪਿਊਟਰ ਗ੍ਰਾਫਿਕਸ, ਤੇ डिफरेंट पैकेजेस ਜਿਹੜੇ ਹੁੰਦੇ ਨੇ ਕੰਪਿਊਟਰ ਗ੍ਰਾਫਿਕਸ ਦੇ ਲਈ। ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਏਗੀ। ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਕੰਸੀਡਰ ਸਬਸਕ੍ਰਾਈਬਿੰਗ ਐਂਡ ਲਾਈਕਿੰਗ ਦਿਸ ਵੀਡੀਓ। ਤੇ ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਜਾਂ ਇਹ ਇਨਫੋਰਮੇਸ਼ਨ ਕਿਸੇ ਦੇ ਕੰਮ ਆ ਸਕਦੀ ਹੈ ਤਾਂ ਪਲੀਜ਼ ਉਹਨਾਂ ਦੇ ਨਾਲ ਸ਼ੇਅਰ ਕਰੋ। ਤੇ ਅਗਰ ਤੁਹਾਨੂੰ ਕੋਈ ਤੁਹਾਡਾ ਕੋਈ ਕੁਐਸਚਨ ਹੈਗਾ ਜਾਂ ਕੁਐਰੀ ਹੈਗੀ ਹੈ ਤੁਸੀਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਤੇ ਅਗਰ ਕੋਈ ਸੁਜੈਸ਼ਨਸ ਹੈਗੇ ਆ ਤੁਹਾਡੇ ਉਹ ਵੀ ਤੁਸੀਂ ਸਾਨੂੰ ਸ਼ੇਅਰ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਜਾ ਕੇ। That's all for today. Thank you for watching this video. See you in the next video for this subject, that is computer graphics, ਜਿਸ ਦੇ ਵਿੱਚ ਆਪਾਂ ਕੰਪਿਊਟਰ ਗ੍ਰਾਫਿਕਸ ਦੇ ਬੇਸਿਕਸ ਦੇ ਬਾਰੇ ਚ ਗੱਲ ਕਰਾਂਗੇ।